हेलो एवरीवन, वेलकम बैक टू सुक्षम मैम की क्लासेस। आई नो एग्जाम बहुत ईजी सी ते मेजरली सारा एग्जाम ਤੁਹਾਡੇ ਰਿਵੀਜ਼ਨ ਸ਼ੀਟਸ ਤੋਂ ਆਇਆ ਸੀ ਜੋ ਮੈਂ ਅਪਲੋਡ ਕੀਤੀਆਂ ਸੀ ਸੋਲਵ ਕਰਕੇ। ਇੱਕ ਵੀ ਇਹੋ ਜਿਹਾ ਕੁਐਸਚਨ ਨਹੀਂ ਹੋਏਗਾ ਜਿਹੜਾ ਮੈਂ ਤੁਹਾਨੂੰ ਨਹੀਂ ਕਰਵਾਇਆ। ਈਵਨ ਕਿ ਕੱਲ ਜੋ ਲਾਸਟ ਮੈਂ ਲਾਈਵ ਆਈ ਸੀ ਉਹਦੇ ਵਿੱਚ ਵੀ ਮੈਂ ਜੋ ਕੁਐਸਚਨਸ ਪੁੱਛੇ ਸੀ ਉਹਨਾਂ ਵਿੱਚੋਂ ਵੀ ਕਈ ਕੁਐਸਚਨਸ ਤੁਹਾਨੂੰ ਅੱਜ ਦੇ ਐਗਜ਼ਾਮ ਵਿੱਚ ਆ ਗਏ। ਨਾਓ ਲੈਟਸ ਸੀ ਤੁਹਾਡੇ ਕਿੰਨੇ ਮਾਰਕਸ ਆਣਗੇ। आई होप एंड प्रे पूरा पेपर तुम अटैम्प्ट करके आए होगे तो फुल मार्क्स ही आएंगे बिकॉज पेपर बहुत ही ईजी सी। मैंने कमेंट सैक्शन च दसना कि ਤੁਹਾਨੂੰ पेपर ईजी लगा कि नहीं तो ਤੁਹਾਡੇ किन्ने मार्क्स ਅੱਜ ਆਣਗੇ। सो लेट्स स्टार्ट। ਸੈਕਸ਼ਨ ਇਹ ਸੀਗਾ ਤੁਹਾਡਾ ਰੀਡਿੰਗ ਸਕਿੱਲਸ ਦਾ। ਇਹਦੇ ਵਿੱਚ ਸੀਗਾ ਡਾਇਲੌਗ ਕੰਪਰੀਹੈਂਸ਼ਨ ਪਹਿਲੇ, ਜਿਹਦੇ ਵਿੱਚ ਇੱਕ ਕਲਰਕ ਤੇ ਪੈਸੇਂਜਰ ਦੇ ਵਿੱਚ ਕਨਵਰਸੇਸ਼ਨ ਹੋਈ। ਪੈਸੇਂਜਰ ਨੇ ਰਿਜ਼ਰਵੇਸ਼ਨ ਕਰਾਣੀ ਸੀ 2 ਟਿਕਟਾਂ ਦੀ ਦਿੱਲੀ ਲਈ, ਕਿਹੜੀ ਟ੍ਰੇਨ 'ਚ? ਰਾਜਧਾਨੀ ਐਕਸਪ੍ਰੈਸ 'ਚ। ਬਟ ਉਹਨੇ ਕਲਰਕ ਪੁੱਛਦਾ ਹੈ ਕਿ ਤੁਸੀਂ ਰਿਜ਼ਰਵੇਸ਼ਨ ਫਾਰਮ ਭਰਿਆ? ਪੈਸੇਂਜਰ ਨੇ ਕਿਹਾ ਐ ਰਿਹਾ ਮੈਂ ਭਰਿਆ ਹੈ। ਉਹਨੇ ਪਰ ਕਿਹਾ ਕਿ ਰਾਜਧਾਨੀ ਵਿੱਚ 25 ਤਰੀਕ ਦੀ ਕੋਈ ਵੀ ਸੀਟ ਅਵੇਲੇਬਲ ਨਹੀਂ ਹੈ। ਪੈਸੇਂਜਰ ਕਹਿੰਦਾ ਜਨ ਸ਼ਤਾਬਦੀ 'ਚ ਸੀਗੀ, ਹੈਗੀ ਹੈ? ਤੇ ਉਹਨੇ ਕਿਹਾ ਹਾਂ ਹੈਗੀ ਹੈ, 2 ਸੀਟਸ ਅਵੇਲੇਬਲ ਹੈ। ਡਿਪਾਰਚਰ ਟਾਈਮ ਪੁੱਛਿਆ, ਉਹਨੇ ਬੋਲਿਆ 7:38 AM। ਉਹਨੇ ਕਿਹਾ ਠੀਕ ਹੈ ਮੇਰੀ 2 ਸੀਟਸ ਉੱਥੇ ਬੁੱਕ ਕਰ ਦਿਓ। Now let's solve the question. Who is asking about the reservation of 2 tickets? कौन पूछ रहा है? Option A passenger. The passenger wants to go to dash. कित्थे जाना है passenger ने? Delhi. Option C Delhi. 2 seats were available in dash. किच्छ available है? देखो 2 seats are available in Jan Shatabdi. Option B. What is the departure time of Jan Shatabdi? यह लिखा है 7:38 AM. Option A. Next is ਇਹ ਵਾਲਾ ਵੀ ਤੁਹਾਡੀ ਰਿਵੀਜ਼ਨ ਸ਼ੀਟ 'ਚ ਸੀਗਾ ਪੋਸਟਰ ਜੇ ਤੁਸੀਂ ਵੇਖੀ ਹੈ। ਸੇਮ ਹੀ ਕੁਐਸਚਨਸ ਨੇ ਬਹੁਤ ਈਜ਼ੀਲੀ। ਵਟ ਕਾਜ਼es 에ਅਰ ਪੋਲਿਊਸ਼ਨ? 에ਅਰ ਪੋਲਿਊਸ਼ਨ ਕਿਵੇਂ ਹੁੰਦਾ ਹੈ? ਬਰਨਿੰਗ ਕਾਜ਼es 에ਅਰ ਪੋਲਿਊਸ਼ਨ। ਕਿਹਨੂੰ ਬਰਨ ਕਰ ਰਹੇ ਹੋ? ਪਲਾਸਟਿਕ ਨੂੰ। ਆਪਸ਼ਨ ਬੀ। what can be used in place of plastic bags? ਹੁਣ use instead paper, jute, cloth, all of the above. Option D. chemical present in plastic can cause ਕੈਂਸਰ ਆਫ ਡੈਸ਼। ਹੁਣ ਜੋ ਕੈਮੀਕਲ ਪਲਾਸਟਿਕ ਦੇ ਵਿੱਚ ਹੁੰਦੇ ਨੇ ਕਿਹੜਾ ਕੈਂਸਰ ਕਰ ਦਿੰਦੇ ਨੇ? ਲੰਗ ਕੈਂਸਰ ਲਿਖਿਆ ਹੋਇਆ ਹੈ ਆਪਸ਼ਨ ਏ। ਐਂਡ ਦ ਐਂਟੋਨੀਅਮ ਆਫ ਦ ਵਰਡ ਬਾਇਓਡੀਗ੍ਰੇਡੇਬਲ। ਐਂਟੋਨੀਅਮ ਮੀਨਸ opposite, option B non biodegradable। ਸੈਕਸ਼ਨ ਬੀ ਆ ਗਿਆ। ਵਟ ਡਿਡ ਦ ਨਰੇਟਰ ਵਾਂਟ ਟੂ ਬਾਏ? ਉਹ ਕੀ ਬਾਏ ਕਰਨਾ ਚਾਹੁੰਦੀ ਸੀ? ਆਪਸ਼ਨ ਏ ਨਿਊ ਕੰਪਿਊਟਰ। ਵਟ ਡਿਡ ਦ ਫਾਰਮਰ ਕੈਰੀ ਟੂ ਦੀ ਟੌਪ ਆਫ ਦੀ ਮਾਊਂਟੇਨ? ਇਹ ਕੱਲ ਮੈਂ ਕੁਐਸਚਨ ਆਪਣੀ ਲਾਈਫ 'ਚ ਵੀ ਪੁੱਛਿਆ ਸੀਗਾ। ਆਪਸ਼ਨ ਸੀ cooked rice and water. Option C. When and where was Saint Ravidas ji born? बहुत easy है, ਜਿਸ ਤੁਹਾਨੂੰ ਸਾਨੂੰ ਨਹੀਂ ਵੀ ਪਤਾ ਸੀ ਬਨਾਰਸ ਤੇ ਪਤਾ ਹੀ ਸੀਗਾ। Option B. Farmers ਦੇ ਕਿੰਨੇ ਮੁੰਡੇ ਸਨ? Farmer ਦੇ 3 ਸਨ। Option B. ਹੁਣ ਕਿਹੜੀ ਚੀਜ਼ ਨੇ ਮਤਲਬ ਕਿ why could the sage not cross the river? ਕਿਉਂ ਨਹੀਂ cross ਕਰ ਪਾਇਆ ਸੀ? Option A. Because there was no boat. ਮਦਰ ਨੇ ਰਸਤੇ ਵਿੱਚ ਕੀ ਸੁੱਟਿਆ? ਕੱਲ ਮੈਂ ਪੁੱਛਿਆ ਸੀ ਲਾਈਵ ਦੇ ਵਿੱਚ। ਆਪਸ਼ਨ ਸੀ ਟਵਿਗਸ। ਹੰਬਲ ਦਾ ਮੀਨਿੰਗ ਕੀ ਹੁੰਦਾ ਹੈ? ਨਿਮਰ। ਆਪਸ਼ਨ ਡੀ। ਜਰਨੀ ਦਾ ਮੀਨਿੰਗ ਕੀ ਹੁੰਦਾ ਹੈ? ਯਾਤਰਾ। ਆਪਸ਼ਨ ਸੀ। ਇਹ ਵਰਡਸ ਕਿੰਨੇ ਕਿੰਨੂ ਕਹੇ? ਵੈਲਿਊ ਆਫ ਮਨੀ ਚ ਸੀਗਾ। ਪਲੀਜ਼ ਡੈਡ ਇਜ਼ ਦੇयर ਐਨੀਥਿੰਗ ਐਲਸ ਯੂ ਨੀਡ ਹੈਲਪ ਵਿਦ? ਨਰੇਟਰ ਨੇ ਕਿਹਾ ਸੀਗਾ ਆਪਣੇ ਫਾਦਰ ਨੂੰ। ਆਪਸ਼ਨ ਡੀ। ਹੀ ਨੂੰ ਆਇਡੈਂਟੀਫਾਈ ਕਰਨਾ ਹੈ। ਮੈਂ ਕੱਲ ਇਹ ਕੁਐਸਚਨ ਪੁੱਛਿਆ ਸੀ ਆਪਣੀ ਲਾਈਵ ਦੇ ਵਿੱਚ। ਹੀ ਗੇਵ ਦੀ ਆਰਡਰ ਫॉर ਦੀ ਏਜ ਟੂ ਬੀ ਪੁੱਟ to death. Despotic leader. Option C. Single use plastic ਤੁਹਾਡੀ ਸੀਗਾ the earth needs you, the poem ਦਾ ਨਾਮ ਹੈ। So option A. What is cheap? ਕੀ cheap ਨਹੀਂ ਹੈ? ਕੀ cheap ਹੈ sorry according to this passage? Single use plastics. Option C. What does the poet wants you to cut down? ਕੀ ਚੀਜ਼ ਦੀ ਨੂੰ ਵਰਤੋਂ ਬੰਦ ਕਰਾਉਣਾ ਚਾਹੁੰਦਾ ਹੈ? Option C. Usage of plastic. Another blow ਦਾ meaning ਕੀ ਹੁੰਦਾ ਹੈ? Option C. Another effort. ਸੋ ਅ ਗੇਮ ਵਿਚ ਨੋ ਵਨ ਵਿਨਸ ਕੱਲ ਲਾਈਵ 'ਚ ਵੀ ਕੀਤਾ ਸੀ। ਆਪਸ਼ਨ ਸੀ ਡਰਾ। ਟੀਚ ਦਾ ਵੀ ਕੱਲ ਅਸੀਂ ਲਾਈਵ 'ਚ ਕੀਤਾ ਸੀ। ਆਪਸ਼ਨ ਡੀ ਟੀਚਰ। ਸਭ ਕੁਝ ਕਰਵਾ ਰੱਖਿਆ ਹੈ। ਮੈਂ ਟਾਇਰਡ ਹਾਂ। ਆਈ ਐਮ ਟਾਇਰਡ। ਮੈਂ ਥੱਕਿਆ ਹੋਇਆ ਹਾਂ। ਆਪਸ਼ਨ ਡੀ। ਕੱਲ ਇਸ ਸੈਂਟੈਂਸ ਤੇ ਬੜੇ ਬੱਚਿਆਂ ਨੇ ਰੋਂਗ ਆਂਸਰ ਦਿੱਤਾ ਸੀ। ਮੈਂ ਸਪੈਸੀਫਿਕਲੀ ਦੱਸਿਆ ਸੀ ਬੱਚਿਓ ਕਿ ਵਾਈਜ਼ ਦਾ ਮਤਲਬ ਹੁੰਦਾ ਹੈ ਅਕਲਮੰਦ। ਚੰਗਾ ਹੋਇਆ ਜਿਨ੍ਹਾਂ ਨੇ ਕੱਲ ਮੇਰੀ ਲਾਈਵ ਅਟੈਂਡ ਕੀਤੀ, ਉਹਨਾਂ ਲਈ ਤੇ ਬਹੁਤ ਈਜ਼ੀਲੀ ਆਨਸਰ ਹੋ ਗਿਆ। ਉਸਦੀ ਭੈਣ ਬਹੁਤ ਬੁੱਧੀਮਾਨ ਹੈ। ਆਪਸ਼ਨ ਸੀ। ਪਰਮਾਤਮਾ ਮੇਰੀ ਮਦਦ ਕਰਨਗੇ। ਇਹ ਵੀ ਕੱਲ ਮੈਂ ਲਾਈਵ 'ਚ ਪੁੱਛਿਆ ਸੀ। ਗੋਡ ਵਿਲ ਹੈਲਪ ਮੀ। ਆਪਸ਼ਨ ਏ। ਉਹ ਤੇਜ਼ ਦੌੜ ਰਿਹਾ ਹੈ। ਹੀ ਇਜ਼ ਰਨਿੰਗ ਫਾਸਟ। ਆਪਸ਼ਨ ਬੀ। ਰੀਡ the sentence given below and state which type of sentence is it? ਹੁਣ please help me ਇਹ ਕਿਹੜਾ ਸੈਂਟੈਂਸ ਹੈ? ਬਹੁਤ ਹੀ ਈਜ਼ੀ ਹੈ। ਆਪਸ਼ਨ ਸੀ imperative.
Which of the following word is a noun? ਹੁਣ noun ਕੀ ਹੈ? ਕਿਹੜਾ word noun ਹੈ? ਦੱਸਿਆ ਸੀ the name of person, place, animal or thing. ਇਹਦੇ ਵਿੱਚ animal ਕੀ ਹੈ? dog ਹੈ, option A. determiner ਲਾਣਾ ਹੈ। ਜਦੋਂ ਮੈਂ revision sheet ਕਰਾਈ ਸੀ ਮੈਂ ਪੰਜਾਬੀ ਚ ਵੀ explain ਕੀਤਾ ਸੀ look out of the window for dash minute ਕਿ 1 ਮਿੰਟ ਲਈ ਜ਼ਰਾ ਬਾਹਰ ਵੇਖਿਓ ਵਿੰਡੋ ਤੋਂ। 1 ਮਿੰਟ ਨੂੰ ਅਸੀਂ ਵੀ ਲਿਖ ਦਿੰਦੇ ਆ, ਸੋ option C ਜੇ ਯਾਦ ਹੈ। Fill in the blanks with suitable verb. The teacher dash us a story. Teacher told us the story. Option B. सब कुछ revision sheet ਤੋਂ ਆਇਆ ਹੈ, ਮੈਨੂੰ ਯਾਦ ਵੀ ਆ ਰਿਹਾ ਹੈ ਕਿ ਮੈਂ ਕਿਵੇਂ ਕਰਾਇਆ ਸੀ, ਕੀ ਬੋਲਿਆ ਸੀ। So fill in the blanks with appropriate degree of adjective. ਸਮਝਾਇਆ ਸੀ filling the blanks ਦੇ ਅੱਗੇ ਜਾਂ ਪਿੱਛੇ the ਜਾਂ than ਆਵੇ ਤਾਂ ਕਿਹੜੀ ਫਾਰਮ ਆਂਦੀ ਹੈ, ਜੇ ਕੁਝ ਨਾ ਆਵੇ ਤਾਂ ਫਸਟ ਦੀ ਡਿਗਰੀ ਆਏਗੀ। Option A. He is a tall student. Adjective of degree, the ਲਿਖਿਆ ਹੋਇਆ ਹੈ, best ਆਏਗਾ। ਜਿਨ੍ਹਾਂ ਨੇ ਕੱਲ ਲਾਈਵ ਵੇਖਿਆ ਉਹਨਾਂ ਨੂੰ ਆਨਸਰ ਆਂਦਾ ਹੋਏਗਾ। This is the best book I have ever read. Fill in the blanks with appropriate non-finite forms of the verb in the bracket. It is easy to make mistakes. Option B. Now you have found. ਤੁਹਾਨੂੰ ਮੈਂ ਸਮਝਾਇਆ ਸੀ ਜਿੱਥੇ found ਆਇਆ ਹੈ ਤੇ ਹੈਡਿੰਗ ਪੁੱਛੀ ਜਾਏਗੀ ਤੇ ਆਏਗਾ found. ਇਹਦੇ ਵਿੱਚ which of the following sentence would you not write in the notice? ਹੁਣ ਕਿਹੜਾ sentence ਹੈ ਜੋ ਤੁਸੀਂ notice ਦੇ ਵਿੱਚ ਨਹੀਂ ਲਿਖੋਗੇ? Now ਤੁਸੀਂ ਲੱਭੀ ਹੈ ਚੀਜ਼, ਤੁਸੀਂ found lost ਕਿਉਂ word ਲਿਖੋਗੇ? A purse has been lost ਕਿਉਂ ਲਿਖੋਗੇ whereas you have found it, right? So option A, a purse has been lost in the school ground, ਇਹ ਤੁਸੀਂ ਨਹੀਂ ਲਿਖੋਗੇ founding a purse ਲਾਏ ਵਾਲੇ notice ਦੇ ਵਿੱਚ। You have to write an application to the principal of your school asking for assumption from examination. Answer the given questions accordingly. ਹੁਣ ਤੁਸੀਂ principal ਨੂੰ letter ਲਿਖੀ, ਤੁਹਾਡੇ exam exempt ਹੋਣ ਲਈ, ਉਹਦੇ according ਤੁਸੀਂ answers ਕਰਨੇ ਨੇ ਥੱਲੇ। ਹੁਣ what would be the most suitable beginning for the application? ਸਭ ਤੋਂ suitable beginning ਕਿਹੜੀ ਹੋਏਗੀ ਇਸ application ਲਈ? ਤੁਹਾਨੂੰ ਮੈਂ ਸਮਝਾਇਆ ਸੀ ਤੁਸੀਂ ਜਦੋਂ principal ਨੂੰ letter ਲਿਖਦੇ ਹੋ ਉਹਨੂੰ ਦੱਸਣਾ ਪੈਂਦਾ ਹੈ ਉਹਨਾਂ ਨੂੰ ਕਿ ਤੁਸੀਂ ਕਿਹੜੇ class ਦੇ students ਹੋ। ਤੁਸੀਂ ਸਿੱਧਾ ਆਪਣੀ ਨਹੀਂ ਸ਼ੁਰੂ ਕਰ ਸਕਦੇ because she doesn't know ਕਿ ਤੁਸੀਂ ਕੌਣ ਹੋ, right? So you need to start option D, I am a student of class 8th of your school. ਜਿਨ੍ਹਾਂ ਨੇ revision sheets ਵੇਖੀ ਸੀ ਉਹਨਾਂ ਨੇ ਤਾਂ correct answer ਕੀਤਾ ਹੋਏਗਾ because ਮੈਂ ਤਦ ਵੀ ਸਮਝਾਈ ਸੀ ਇਹ ਗੱਲ। Select the correct option which completes the reason for requesting for assumption. ਹੁਣ ਇਹਨੂੰ complete ਕਰਨਾ ਹੈ, reason ਦੱਸਣਾ ਸੀ। I cannot take exam this time because ਮੈਨੂੰ ਜਦ ਤੱਕ ਯਾਦ ਹੈ revision sheets ਦੇ ਵਿੱਚ ਮੈਂ ਬਹੁਤ ਹੱਸੀ ਸੀ ਇਹ options ਪੜ੍ਹ ਕੇ। ਤੁਸੀਂ ਵੀ ਜੇ recollect ਕਰ ਸਕਦੇ ਹੋ ਤੁਹਾਨੂੰ answer ਆਂਦਾ ਹੋਏਗਾ। ਇਹਦਾ answer ਆਏਗਾ option C, my sister's wedding is falling on the same date. ਠੀਕ ਹੈ, ਬਾਕੀ reasons ਤਾਂ ਬੜੇ ਹੀ funny ਸੀਗੇ ਕਿ ਮੇਰਾ ਘਰ ਸਕੂਲ ਦੇ ਕੋਲ ਨਹੀਂ ਹੈਗਾ ਇਸ ਲਈ ਨਹੀਂ ਮੈਂ ਜਾਵਾਂਗਾ, मेरे को पेंसिल नहीं है इसलिए मैं पेपर नहीं दवांगा, या मैं पेपर बोर्ड नहीं खरीदिया इसलिए मैं पेपर नहीं दवांगा। सो फनी, पढ़ के हंसी आ रही है। मतलब कि अजे कोई गलत करके आंदा ना ते कहिए कि मतलब कि इन्हों बिल्कुल इंग्लिश नहीं आती फिर ते। Which of the following is the most appropriate way to close the application? ਤੁਹਾਨੂੰ ਮੈਂ ਵੀ ਸਮਝਾਇਆ ਸੀ ਪ੍ਰਿੰਸੀਪਲ ਨੂੰ ਲਿਖ ਰਹੇ ਹੋ respected ਤੋਂ ਸ਼ੁਰੂ ਕਰੋਗੇ ਤੇ obediently ਤੋਂ ਖਤਮ ਕਰੋਗੇ। So option B, yours obediently. And with this ਅਸੀਂ ਪੂਰਾ ਪੇਪਰ ਆਪਣਾ solve ਕਰ ਲਿਆ। ਸਾਰੇ ਕੁਐਸਚਨ ਪੇਪਰ ਬਹੁਤ ਹੀ ਈਜ਼ੀ ਸੀ ਤੇ ਮੇਰੀ ਵੀਡੀਓਜ਼ ਵਿੱਚ ਜੋ ਤੁਸੀਂ ਰਿਵੀਜ਼ਨ ਸ਼ੀਟਸ ਵੇਖੀ ਸੀ ਉਹਦੇ ਵਿੱਚੋਂ ਇਹ ਪੇਪਰ ਆਇਆ ਹੈ। ਆਈ ਹੋਪ ਸਭ ਦੇ 40 ਮਾਰਕਸ ਆਏ ਹੋਣਗੇ। ਹੁਣ ਟਰਮ 1 ਤੇ ਹੋ ਗਿਆ, ਟਰਮ 2 ਦੀ ਪ੍ਰੈਕਟਿਸ ਕਰਨੀ ਹੈ ਬਿਕੋਜ਼ ਟਰਮ 2 ਚ ਕੀ ਆਉਣ ਵਾਲਾ ਹੈ, ਸਬਜੈਕਟਿਵ ਪੇਪਰ ਆਣਾ ਹੈ। ਕੋਈ ਗੱਲ ਨਹੀਂ, ਜੇ ਟਰਮ 1 ਵਿੱਚ ਸੁਖਸ਼ਮ ਮੈਮ ਤੁਹਾਡੀ ਹੈਲਪ ਕੀਤੀ ਹੈ ਟਰਮ 2 ਚ ਵੀ ਕਰੇਗੀ। ਡੋਂਟ ਵਰੀ, ਇੰਜੋਏ ਯੋਰ ਮੂਮੈਂਟਸ। ਤੁਹਾਡੀ ਛੁੱਟੀਆਂ ਆਣਗੀਆਂ ਹੁਣ, ਇੰਜੋਏ ਕਰੋ ਬ੍ਰੇਕਸ ਨੂੰ। ਉਸ ਤੋਂ ਬਾਅਦ ਅਸੀਂ ਆਰਾਮ ਨਾਲ ਟਰਮ 2 ਦੀ ਵੀ ਤਿਆਰੀ ਕਰਾਂਗੇ ਸੁਖਸ਼ਮ ਮੈਮ ਦੇ ਨਾਲ। ਹੈਵ ਅ ਨਾਈਸ ਡੇ, ਬਾਏ ਬਾਏ, ਟੇਕ ਕੇਅਰ।